ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਆ। ਸੋ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 18 ਜਨਵਰੀ ਦਿਨ ਹੈਗਾ ਜੀ ਮੰਗਲਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415 909 0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਜੀ ਤੇ 12 559 374 45 41। ਹਰਨੇਕ ਸਿੰਘ ਬਾਬਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਆਖਿਰਕਾਰ ਆਮ ਆਦਮੀ ਪਾਰਟੀ ਨੇ ਸੀਐਮ ਦਾ ਚਿਹਰਾ ਐਲਾਨਿਆ, ਭਗਵੰਤ ਮਾਨ ਦਾ ਨਾਮ ਕਰ ਦਿੱਤਾ ਨਸ਼ਰ। ਹਾਂਜੀ ਹਾਂਜੀ, ਬਿਲਕੁਲ। ਵੈਸੇ ਤੈਅ ਹੀ ਸੀਗਾ, ਔਰ ਆਪਾਂ ਪਹਿਲਾਂ ਹੀ ਦੱਸਿਆ ਸੀਗਾ ਆਪਣੇ ਸਰੋਤਿਆਂ ਨੂੰ ਕਿ ਦਰਅਸਲ ਜੋ ਵੀ ਹੈ ਉਹ ਸਾਰਾ ਇਵੈਂਟ ਮੈਨੇਜਮੈਂਟ ਦਾ ਹਿੱਸਾ ਹੈ। ਤਾਂ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਤੈਅ ਹੋ ਚੁੱਕਾ ਵਾ। ਔਰ ਇਵਨ ਦੈਟ ਕਿ ਜੇ ਤੁਸੀਂ ਵੇਖੋਗੇ ਤਾਂ ਇਹ ਵੀ ਸੂਚਨਾ ਸੀ ਆਪਣੇ ਕੋਲ ਕਿ ਇਹਨਾਂ ਦਾ ਫੋਟੋ ਸ਼ੂਟ ਬਕਾਇਦਾ ਹੋ ਚੁੱਕਾ। ਔਰ ਉਹੀ ਗੱਲ ਆ ਕਿ ਜਿਵੇਂ ਹੀ ਮੰਨ ਲਓ ਇਹ ਸਾਰਾ ਕੁਛ ਔਨ ਰਿਕਾਰਡ ਆਇਆ, ਆਫੀਸ਼ੀਅਲੀ ਅਨਾਉਂਸਮੈਂਟ ਹੁੰਦੀ ਹੈ, ਤਾਂ ਉਹਨਾਂ ਦੀਆਂ ਉਹੀ ਫੋਟੋਆਂ ਗਰੇ ਫਤੂਈ ਦੇ ਵਿੱਚ, ਜੈਕਟ ਦੇ ਵਿੱਚ ਰਿਲੀਜ਼ ਹੋ ਜਾਂਦੀਆਂ ਨੇ। ਤਾਂ ਖੈਰ ਚਲੋ, ਇਹ ਸਭ ਕੁਛ ਹੈ ਜਿਹੜਾ ਉਹ ਕੰਮ ਕਰਨ ਦਾ ਹਿੱਸਾ ਹੀ ਹੁੰਦਾ। ਜਦੋਂ ਤੁਸੀਂ ਵੀ ਸੱਤੇ ਤੁਹਾਨੂੰ ਸੂਚਨਾ ਅਗਾਊ ਮਿਲ ਜਾਂਦੀ ਹੈ, ਗਿੱਤੀ ਮਿਲ ਜਾਂਦੀ ਹੈ। ਤਾਂ ਵੱਡੀ ਗੱਲ ਇਹ ਹੈ ਕਿ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਇਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਸਾਡਾ ਸੀਐਮ ਫੇਸ ਹੋਏਗਾ। ਤਾਂ ਉਹ ਚੀਫ ਮਿਨਿਸਟਰ ਫੇਸ ਤਾਂ ਬਣ ਗਏ ਆ, ਕੀ ਚੀਫ ਮਿਨਿਸਟਰ ਬਣਨਗੇ ਇਹ ਹਾਲੇ ਵੱਡਾ ਸਵਾਲ ਆ। ਉਹਦਾ ਅੱਜ ਸਵੇਰ ਤੋਂ ਹੀ ਚਹਿਲ ਪਹਿਲ ਸੀ ਕਿ ਕੱਲ ਰਾਤ ਤੋਂ ਹੀ ਪੱਤਰਕਾਰਾਂ ਦੇ ਗਰੁੱਪ ਦੇ ਵਿੱਚ ਸਰਗੋਸ਼ੀਆਂ ਸਨ ਕਿ ਕੀ ਹੋਏਗਾ, ਕੀ ਹੋਏਗਾ, ਕੀ ਹੋਏਗਾ। ਤਾਂ ਅੱਜ ਸਵੇਰੇ ਹੀ ਅਰਵਿੰਦ ਕੇਜਰੀਵਾਲ ਇੱਧਰ ਨੂੰ ਤੁਰਦੇ ਆ ਪੰਜਾਬ ਨੂੰ, ਫਿਰ ਆਉਂਦੇ ਨੇ, ਫਿਰ ਸਸਪੈਂਸ ਰੱਖ ਕੇ ਤੇ ਉਹ ਪੀਸੀ ਦੇ ਵਿੱਚ ਇਸ ਗੱਲ ਤੋਂ ਪਰਦਾ ਚੁੱਕ ਦਿੰਦੇ ਆ। ਤਾਂ ਦੱਸਦੇ ਆ ਕਿ ਇੰਨੀਆਂ ਕਾਲਾਂ ਆਈਆਂ, ਮੇਰੇ ਨਾਲ ਵੀ ਵੋਟਾਂ ਪਈਆਂ ਪਰ ਉਹ ਇਨਵੈਲਿਡ ਕਰਾਰ ਦਿੱਤੀਆਂ ਗਈਆਂ, ਜਾਂ ਨਵਜੋਤ ਸਿੰਘ ਸਿੱਧੂ ਵਾਸਤੇ 2-3% ਆਈਆਂ। ਇਸ ਤਰ੍ਹਾਂ ਮਤਲਬ ਕਿ ਸਾਰਿਆਂ ਵਾਸਤੇ ਸੀ ਕਿ ਕਾਲਾਂ ਖੁੱਲੀਆਂ ਸਨ। ਤਾਂ ਜਿਹਨੇ ਜਿਹਨੇ ਰਾਏ ਦੇਣੀ ਸੀ ਉਹ ਦਿੱਤੀ ਹੈ। ਤਾਂ ਅੰਤ ਦੇ ਵਿੱਚ ਜੋ ਬਹੁਮਤ ਹੈ, ਯਾਨੀ 93-94%, ਉਹ ਭਗਵੰਤ ਮਾਨ ਦੇ ਹੱਕ ਦੇ ਵਿੱਚ ਤੇ ਲਓ ਵੀ ਤੁਹਾਡਾ ਸੀਐਮ ਫੇਸ ਤੁਹਾਡੇ ਸਾਹਮਣੇ ਨੂੰ। ਭਗਵੰਤ ਮਾਨ ਜਜ਼ਬਾਤੀ ਹੋ ਗਿਆ, ਭਾਵੁਕ ਹੋ ਗਿਆ, ਕਮੇਡੀਅਨ ਰਿਹਾ। ਵੈਸੇ ਆਪਾਂ ਨੂੰ ਕਈ ਮੌਕੇ ਤੇ ਦੇਖਿਆ ਕਿ ਗੈਰ ਗੰਭੀਰ ਕਮੇਡੀਅਨ ਆ, ਪਰ ਜਿਵੇਂ ਉਹਦੀ ਅਨਾਉਂਸਮੈਂਟ ਹੋਈ ਜਜ਼ਬਾਤੀ ਹੋਇਆ। ਅੱਖਾਂ ਛਲਕੀਆਂ, ਮਾਤਾ ਜੀ ਦੀਆਂ ਅੱਖਾਂ ਛਲਕੀਆਂ, ਭੈਣ ਦੀਆਂ ਅੱਖਾਂ ਵੀ ਨਮ ਸਨ, ਰਿਸ਼ਤੇਦਾਰਾਂ ਦੇ ਸੀਗੇ। ਇਹਦਾ ਮਤਲਬ ਹੈ ਕਿ ਸਭ ਕੁਛ ਤੈਅ ਸੀਗਾ। ਤੇ ਅਚਾਨਕ ਉਹਨਾਂ ਦੇ ਰਿਸ਼ਤੇਦਾਰ ਵਿਚਾਲੇ ਬਿਠਾਏ ਹੋਣ ਤੇ ਕਿਸੇ ਨੂੰ ਪਤਾ ਨਾ ਹੋਵੇ ਕਿ ਅਰਵਿੰਦ ਕੇਜਰੀਵਾਲ ਦੇ ਕੱਚ ਤੋਂ ਉਂਗਲੀ ਕੱਢਣ ਵਾਲੀ ਹੋਵੇ, ਐਸਾ ਨਹੀਂ ਸੀ। ਇਸ ਗੱਲ ਦਾ ਪ੍ਰਮਾਣ ਆ ਕਿ ਉਹਨਾਂ ਦੇ ਮਾਤਾ ਜੀ ਪਹੁੰਚੇ ਜਿਹੜੇ ਬਿਰਧ ਨੇ, ਤੇ ਆਮ ਤੌਰ ਤੇ ਜਿਹੜੇ ਉਹਦੇ ਤੰਤਰ ਇਕੱਠਾਂ ਚ ਨਹੀਂ ਜਾਂਦੇ। ਬਹਰਹਾਲ ਜਦੋਂ ਅਨਾਉਂਸਮੈਂਟ ਹੋਊਗੀ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਅਰਵਿੰਦ ਕੇਜਰੀਵਾਲ ਦਾ ਸੰਖੇਪ ਭਾਸ਼ਣ, ਉਸ ਤੋਂ ਬਾਅਦ ਜਿਹੜਾ ਭਗਵੰਤ ਮਾਨ ਦਾ ਭਾਸ਼ਣ ਹੈ ਸੰਖੇਪ, ਜੇ ਤੁਸੀਂ ਉਹਨੂੰ ਕੱਢ ਕੇ ਸੁਣੋਗੇ, ਮੈਂ ਤੁਹਾਨੂੰ ਇੱਕ ਤਰ੍ਹਾਂ ਪਹਿਲਾਂ ਦਾ ਅਪੀਲ ਕਰਦਾ ਜਾਂ ਸੁਝਾਅ ਦਿੰਦਾ ਕਿ ਤੁਸੀਂ ਉਹਨੂੰ ਜ਼ਰੂਰ ਸੁਣੋ। 2-3 ਮਿੰਟ ਦੀ ਵੀਡੀਓ ਆ ਜੀ ਜੀ, ਤੁਸੀਂ ਸਰੋਤਿਆਂ ਨੂੰ ਸੁਣਾਉਣੀ ਚਾਹੋ। ਮਿੰਟੂ ਜੀ, ਬਿਲਕੁਲ ਡਿਫਰੈਂਟ ਤੁਹਾਨੂੰ ਲੱਗਾ। ਮਿੰਟੂ ਜੀ ਮਾਫੀ ਜੀ, ਮਿੰਟੂ ਜੀ ਮਾਫੀ ਚਾਹੁੰਦਾ, ਆਵਾਜ਼ ਤੁਹਾਡੀ ਜਿਹੜੀ ਉਹ ਕਾਫੀ ਜ਼ਿਆਦਾ ਕੱਟ ਰਹੀ ਆ। ਸਰੋਤਿਓ ਇੱਕ ਮਿੰਟ ਜੀ, ਮੈਂ
नेटवर्क शिफ्ट करना, जी नेटवर्क शिफ्ट करना। जी सो एक मिनट देखो, मैं नेटवर्क शिफ्ट करना। जी सो ਸਰੋਤਿਓ ਥੋੜੀ ਜੀ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਆਈ ਹੋਈ ਆ, ਆਵਾਜ਼ ਦੀ ਥੋੜੀ ਜੀ ਦਿੱਕਤ ਸਾਨੂੰ ਆ ਰਹੀ ਆ। ਸੋ ਇਦਾਂ ਹੀ ਸਰੋਤਿਓ ਜੁੜੇ ਰਹੋ ਤੇ ਆਪਾਂ ਇਹ ਆਵਾਜ਼ ਨੂੰ ਮੁੜ ਦੁਬਾਰਾ ਜਿਹੜਾ ਹੈ ਉਹ ਦਰੁਸਤ ਕਰਨ ਦੀ ਜਿਹੜੀ ਇਦਾਂ ਹੀ ਕੋਸ਼ਿਸ਼ ਕਰਦੇ ਹਾਂ। ਜੀ ਜੀ ਮਿੰਟੂ ਜੀ, ਮੈਂ ਕਿਹਾ ਹੁਣ ਬਣੀ ਗੱਲ, ਦੇਖਿਓ। ਜੀ ਹੁਣ ਆਵਾਜ਼ ਜਿਹੜੀ ਆ ਰਹੀ ਆ, ਦੱਸਿਓ ਜੀ ਕਿਹੜੀ 2-3 ਮਿੰਟ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀਡੀਓ ਦੀ। ਨਹੀਂ, ਮੈਂ ਗੱਲ ਕਰ ਰਿਹਾ ਸੀਗਾ ਕਿ ਜੋ ਉਸ ਮੌਕੇ ਤੇ ਜੋ ਭਗਵੰਤ ਮਾਨ ਨੇ ਸਪੀਚ ਦਿੱਤੀ ਹੈ, ਜੋ ਉਹਦਾ ਭਾਸ਼ਣ ਆ 2-3 ਮਿੰਟ ਦਾ, ਉਹ ਸੁਣਨ ਵਾਲਾ, ਜੇ ਤੁਸੀਂ ਸੁਣੋਗੇ ਤਾਂ ਉਹਦੇ ਚ ਭਗਵੰਤ ਮਾਨ ਟੋਟਲੀ ਤੁਹਾਨੂੰ ਡਿਫਰੈਂਟ ਨਜ਼ਰ ਆਏਗਾ। ਵੈਸੇ ਤੇ ਅੱਜ ਮਾਨ ਸਾਹਿਬ ਦੀਆਂ ਗੱਲਾਂ ਚੋਂ ਲਾਲੀ ਚੋਂਦੀ ਪਈ ਸੀ, ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਨਾ ਗੇਰੀ ਹੁੰਦੀ ਸੀ, ਗੇਰੀ ਫੇਰਿਆ ਕਰਦੇ ਸੀ ਅਸੀਂ ਕੱਚੀਆਂ ਕੰਧਾਂ ਤੇ ਉਹ ਕਈ ਵਾਰ ਕਾਲੇ ਕੱਪੜੇ ਤੇ ਪੈ ਜਾਣੀ ਜਾਂ ਅਖਬਾਰ ਤੇ ਪੈ ਜਾਣੀ ਤੇ ਬੜੇ ਮਤਲਬ ਕਿ ਗੁਲਾਲ ਚੜ ਜਾਂਦਾ ਸੀਗਾ। ਤਾਂ ਇਸੇ ਤਰ੍ਹਾਂ ਉਹਨਾਂ ਦੀਆਂ ਗੱਲਾਂ ਚ ਵੀ ਗੁਲਾਲ ਅੱਜ ਝਲਕਦਾ ਸੀਗਾ, ਮੈਂ ਨੋਟ ਕੀਤਾ। ਤੇ ਉਹਨਾਂ ਦੀਆਂ ਗੱਲਾਂ ਚ ਵੀ ਅੱਜ ਗੰਭੀਰਤਾ ਸੀ, ਕਿਉਂਕਿ ਕੁਛ ਨਹੀਂ, ਉਹਨਾਂ ਨੇ ਨੈਲਸਨ ਮੰਡੇਲਾ ਨੂੰ ਕੋਟ ਕੀਤਾ, APJ ਅਬਦੁਲ ਕਲਾਮ ਜੀ ਨੂੰ ਕੋਟ ਕੀਤਾ, ਪ੍ਰੋਫੈਸਰ ਪੂਰਨ ਸਿੰਘ ਦੀਆਂ ਪੰਕਤੀਆਂ, ਪਾਤਰ ਸਾਹਿਬ ਦੀਆਂ ਪੰਕਤੀਆਂ, ਇਸ ਤਰ੍ਹਾਂ ਮਤਲਬ ਕਿ ਬਹੁਤ ਇੱਕ ਤਵਾਜ਼ਨ ਰੱਖ ਕੇ ਉਹਨਾਂ ਨੇ ਭਾਸ਼ਣ ਕੀਤਾ ਕਿ ਭਾਈ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਅਸੀਂ ਬੱਚਿਆਂ ਨੂੰ ਰੁਜ਼ਗਾਰ ਦੇਵਾਂਗੇ। ਮੈਂ ਕਹਿੰਦਾ ਕਿ ਜਦ ਕਮੇਡੀ ਕਰਦਾ ਸੀ ਤੇ ਜਦੋਂ ਜਾਂਦਾ ਸੀ ਤੇ ਲੋਕ ਮੇਰੀ ਸ਼ਕਲ ਵੇਖ ਕੇ ਹੱਸ ਪੈਂਦੇ ਸੀ। ਹੁਣ ਮੈਂ ਰਾਜਨੀਤੀ ਚ ਆ ਗਿਆ ਤੇ ਲੋਕ ਮੈਨੂੰ ਵੇਖ ਕੇ ਰੋ ਪੈਂਦੇ ਨੇ ਕਿ ਕਰੀਏ ਤੇ ਕਰੀਏ, ਸਾਨੂੰ ਬਚਾ ਲਓ। ਤੇ ਮੇਰਾ ਉਹ ਬੜਾ ਮਤਲਬ ਕਿ ਇੱਕ ਤਰ੍ਹਾਂ ਦਾ ਜਿੱਦਾਂ ਕਹਿ ਲਓ ਕਿ ਸ਼ਾਇਦ ਭਗਵੰਤ ਮਾਨ ਨੂੰ ਇਸ ਮੌਕੇ ਦੀ ਅਹਿਮੀਅਤ ਦਾ ਪਤਾ ਲੱਗ ਗਿਆ ਕਿ ਠੀਕ ਆ, ਅੱਗੇ ਉਹ ਨੇਤਾ ਸੀ, ਫਿਰ ਉਹ ਕੱਚ ਘਰੜ ਨੇਤਾ ਸੀ, ਫਿਰ ਉਹ ਹੌਲੀ ਹੌਲੀ ਪਰਫੈਕਟਤਾ ਵੱਲ ਵਧਿਆ, ਪਰ ਅੱਜ CM ਫੇਸ ਬਣਦਾ ਕਿਸੇ ਪਾਰਟੀ ਦਾ ਤਾਂ ਉਹ ਇੱਕ ਨਦਰ ਲੈਵਲ ਹੈ, ਨਦਰ ਮੁਕਾਮ ਹੈ। ਤਾਂ ਇੱਥੇ ਨਾਨ ਸੀਰੀਅਸ ਭਾਸ਼ਣ ਤੁਹਾਡੇ ਜਿਹੜੇ ਆ ਨਾ ਉਹ ਵੀ ਗਿਣੇ ਜਾਣਗੇ, ਤੇ ਜੇ ਤੁਸੀਂ ਗੰਭੀਰਤਾ ਦਿਖਾਓਗੇ ਉਹ ਵੀ ਗਿਣੇ ਜਾਣਗੇ। ਸੋ ਭਾਸ਼ਣ ਜੇ ਤੁਸੀਂ ਦੇਖੋਗੇ ਤਾਂ ਕੋਈ ਤੰਜ਼ ਨਹੀਂ ਉਹਦੇ ਚ, ਕੋਈ ਕਿਸੇ ਤੇ ਪੋਲੀਟੀਕਲ ਜੋ ਆਪਾਂ ਦੇਖਦੇ ਹੁੰਦੇ ਆ ਕਿ ਇਲਜ਼ਾਮ ਤਰਾਸ਼ੀ ਜਾਂ ਵਾਰ ਕੀਤਾ ਜਾਂਦਾ, ਹਮਲਾ ਕੀਤਾ, ਐਸਾ ਕੁਛ ਨਹੀਂ ਹੈ, ਕਿਸੇ ਪ੍ਰਤੀ ਕੁਛ ਨਹੀਂ, ਸਿਰਫ ਪੰਜਾਬ ਦੀ ਗੱਲ ਕਿ ਅਸੀਂ ਭਾਈ ਆਏ ਤਾਂ ਅਸੀਂ ਉਹ ਜਿਹੜੇ ਚਮਚਾਗਿਰੀ ਕਰਦੇ ਉਹਨਾਂ ਵਾਸਤੇ ਆਪਣਾ ਪੈਨ ਨਹੀਂ ਚਲਾਵਾਂਗੇ, ਪੰਜਾਬੀਆਂ ਦੇ ਭਾਗ ਵਾਸਤੇ ਅਸੀਂ ਪੈਨ ਚਲਾਵਾਂਗੇ। ਫਿਰ ਇਸ ਤੋਂ ਇਲਾਵਾ ਇਹ ਗੱਲ ਵੀ ਕਹੀ ਗਈ ਕਿ ਸਾਡੇ ਬੱਚੇ ਬਾਹਰ ਨੂੰ ਜਾਂਦੇ ਆ ਪਰ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇੱਥੇ ਹੀ ਰੁਜ਼ਗਾਰ ਮੁਹੱਈਆ ਕਰਾਈਏ। ਮਤਲਬ ਆਮ ਬੰਦੇ ਦੀ, ਪੰਜਾਬੀ ਦੀ ਤੇ ਨੌਜਵਾਨਾਂ ਦੀ ਗੱਲ ਕੀਤੀ ਤੇ ਨਾਲ ਇਹ ਵੀ ਗੱਲ ਆਖੀ ਕਿ ਅਸੀਂ ਕੋਈ ਪੈਰਿਸ ਜਾਂ ਕੈਲੀਫੋਰਨੀਆ ਬਣਾਉਣ ਦਾ ਵਾਅਦਾ ਨਹੀਂ ਕਰਾਂਗੇ, ਅਸੀਂ ਪੰਜਾਬ ਨੂੰ ਪੰਜਾਬ ਬਣਾਉਣ ਦਾ ਯਤਨ ਕਰਾਂਗੇ। ਸੋ ਇਸ ਤਰ੍ਹਾਂ ਦੀ ਸਪੀਚ ਮੈਨੂੰ ਕਾਫੀ ਜ਼ਿਆਦਾ ਕਹਿ ਲਓ ਕਿ ਥੋੜੀ ਨਾ ਮੈਨੂੰ ਹੈਰਾਨ ਕਰਨ ਵਾਲੀ ਲੱਗੀ, ਕਿਉਂਕਿ ਆਮ ਤੌਰ ਤੇ ਆਪਾਂ ਭਗਵੰਤ ਮਾਨ ਤੋਂ ਇਹ ਚੀਜ਼ ਐਕਸੈਪਟ ਕਰਦੇ ਆ ਕਿ ਭਗਵੰਤ ਮਾਨ ਜਦੋਂ ਵੀ ਬੋਲਣਗੇ ਤਾਂ ਕੁਛ ਬੜਾ ਕਰਾਰਾ ਬੋਲਣਗੇ, ਬੜਾ ਉਹ ਹਮਲਾਵਰ ਹੋ ਕੇ ਬੋਲਣਗੇ, ਵਿੱਚ ਚੁਟਕੀਲੇ ਅੰਦਾਜ਼ ਵਰਤਣਗੇ, ਐਸਾ ਕੁਛ ਨਹੀਂ ਸੀ। ਉਸ ਤੋਂ ਬਾਅਦ ਫਿਰ ਲਗਾਤਾਰ ਮੀਡੀਆ ਨੇ ਉਹਨਾਂ ਨੂੰ ਕਵਰ ਕੀਤਾ ਔਰ ਤੁਸੀਂ ਦੇਖੋਗੇ ਜਦ ਉਹ ਸਾਰਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦਾ ਸੈਰਮਨੀ ਵਾਲਾ ਕੰਮ ਚੱਲਦਾ ਪਿਆ ਸੀ, ਠੀਕ ਉਸ ਵੇਲੇ ਜਿਹੜੇ ਮੇਨ ਸਟ੍ਰੀਮ ਦੇ ਆਪਣੇ ਨੈਸ਼ਨਲ ਚੈਨਲ ਸੀ ਉਹਨਾਂ ਨੇ ਵੀ ਦੂਜੀਆਂ ਚੀਜ਼ਾਂ ਰੋਕ ਕੇ ਸਪੀਸੀ ਨੂੰ ਲਾਈਵ ਕੀਤਾ। ਇਹ ਵੱਡੀ ਗੱਲ ਹੈ। ਹਾਲਾਂਕਿ ਉਸ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ, ਤਰੁਣ ਚੁੱਗ ਇਹਨਾਂ ਨੇ ਲਗਾਤਾਰ ਭਗਵੰਤ ਮਾਨ ਤੇ ਹਮਲੇ ਵੀ ਕੀਤੇ। ਕਿਸੇ ਨੇ ਕਿਹਾ ਕਿ ਨਵੀਂ ਲੀਕਰ ਪਾਲਿਸੀ ਆਏਗੀ, ਕਿਸੇ ਨੇ ਇਹਨਾਂ ਦੇ ਕੇਂਦਰੀ ਮੰਤਰੀ ਨੇ ਉਹ ਵੀਡੀਓ ਮਤਲਬ ਕਿ ਪੋਸਟ ਕੀਤੀ ਜਿਹਦੇ ਚ ਭਗਵੰਤ ਮਾਨ ਕਥਿਤ ਤੌਰ ਤੇ ਪੀਤੀ ਖਾਦੀ ਚ ਨਜ਼ਰ ਆਉਂਦੇ ਅਤੇ ਵਿਕਟਰੀ ਸਾਈਨ ਜਿਹਾ ਬਣਾਉਂਦੇ, ਤੁਸੀਂ ਸਾਰਿਆਂ ਨੇ ਦੇਖੀ ਹੋਣੀ, ਵਾਇਰਲ ਹੋਈ ਸੀ ਕਾਫੀ ਸਮਾਂ ਪਹਿਲਾਂ। ਤਾਂ ਉਹ ਵੀਡੀਓ ਵੀ ਪੋਸਟ ਕਰ ਦਿੱਤੀ, ਕੇਂਦਰੀ ਮੰਤਰੀ ਬਣੇ, ਮਤਲਬ ਕਿ ਨਾਲ ਦੀ ਨਾਲ ਟ੍ਰੋਲਿੰਗ ਵੀ ਸ਼ੁਰੂ ਹੋ ਗਈ। ਦੇਖੋ ਰਾਜਨੀਤੀ ਵਿੱਚ ਪੈਮਾਨੇ ਕਿਸ ਤਰ੍ਹਾਂ ਬਦਲਦੇ ਆ। ਪਹਿਲਾਂ ਕਹਿੰਦੇ ਸੀਗੇ ਕਿ ਕੇਜਰੀਵਾਲ ਰਾਜ ਕਰਨਾ ਚਾਹੁੰਦਾ, ਇੱਥੇ ਭਗਵੰਤ ਮਾਨ ਨਾਲ ਧੋਖਾ ਹੋ ਗਿਆ। ਆ ਜਦੋਂ ਇਹਨਾਂ ਨੇ ਮਤਲਬ ਕਿ ਆਖਿਆ ਸੀਗਾ ਕਿ ਅਸੀਂ ਗਾਂ ਜਾ ਕੇ ਅਨਾਉਂਸਮੈਂਟ ਕਰਾਂਗੇ, ਵੋਟਾਂ ਪਵਾਵਾਂਗੇ, ਅੱਜ ਜਦੋਂ ਭਗਵੰਤ ਮਾਨ ਨੂੰ ਅਨਾਉਂਸ ਕਰ ਦਿੱਤਾ ਤੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਟੈਗ ਦਿੱਤੇ ਜਾ ਰਹੇ। ਖੈਰ ਰਾਜਨੀਤੀ ਆ, ਤਾਂ ਕੁੱਲ ਮਿਲਾ ਕੇ ਸਤੌਜ
वाला अज दी घड़ी कह लो कि पूरा छाया पिया, पर सौज तो सीएम का ताज काफी दूर है कि वह सफर तय कर लूगा, बड़ा सवाल है। पर हुण एक होर प्रेडिक्शन कर दिंदे आ, उम्मीद बड़ी है कि धूरी तो इलैक्शन लड़नगे। जी, जी, जी। चलो देखो की बनदा आ, ਕੀ ਇਹਨੂੰ ਮੌਕਾ ਮਿਲਦਾ, ਨਹੀਂ ਮਿਲਦਾ ਤੇ ਹੁਣ ਐਲਾਨਿਆ ਤੇ ਗਏ ਆ, ਦੇਖੋ ਅੱਗੇ ਕਿੱਦਾਂ ਦਾ ਵਰਤਾਰਾ ਇਹਦਾ ਵੀ ਰਹਿੰਦਾ ਹੈ। ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੇ ਹੱਕ ਦੇ ਵਿੱਚ ਦਿੱਤਾ ਜੀ ਫੈਸਲਾ। हाँ जी, देखो चोन कमीशन के हक च फैसला तो नहीं मैं इसनूं कहांगा, मेरे ख्याल दे नाल थोड़ा जिहा किते ना किते खबर दी हैडिंग दे विच गड़बड़ हो जाती है। पर एक तरह नाल कह लो कि ये मामला कुछ इस तरह का है कि एक जनहित पटीशन ते सुनवाई की सहमति प्रगटाई है सुप्रीम कोर्ट ने, माजरा की है। जी। माजरा यह है कि सुप्रीम कोर्ट दादियां ते काफी ज्यादा सख्त हुई सी, तुहानूं याद होना। उस तो बाद फिर हाई कोर्टां दे विच भी तत्काल किया सीगा कि केसां की सुनवाई करो जिहड़े लंबे समय तो इन्हां पॉलिटिशियंस के विरुद्ध पेंडिंग पए ने। अच्छा, ਉਹਦੇ ਵਿੱਚ ਇਹਨਾਂ ਨੇ ਗਾਈਡਲਾਈਨ ਦਿੱਤੀ ਸੀਗੀ ਕਿ ਭਾਈ ਜਦੋਂ ਵੀ ਕੋਈ ਪਾਰਟੀ ਕਿਸੇ ਨੂੰ ਕੈਂਡੀਡੇਟ ਡਿਕਲੇਅਰ ਕਰੇਗੀ ਤਾਂ ਉਹਦੇ ਵਿੱਚ ਇਹ ਸ਼ਰਤ ਇਹ ਹੋਏਗੀ ਕਿ ਉਹਨੂੰ ਇਸ਼ਤਿਹਾਰ ਦੇਣੇ ਪੈਣਗੇ, ਬਕਾਇਦਾ ਸਾਈਜ਼ ਤੈਅ ਕੀਤਾ ਗਿਆ, ਬਕਾਇਦਾ ਪੇਜ ਤੈਅ ਕੀਤਾ ਗਿਆ ਅਖਬਾਰ ਦਾ ਜਾਂ ਚੈਨਲ ਦਾ, ਕਿ ਇਹਨਾਂ ਨੂੰ ਜਦੋਂ ਅਨਾਉਂਸਮੈਂਟ ਹੋ ਗਈ, ਡਿਕਲੇਰੇਸ਼ਨ ਹੋ ਗਈ ਉਮੀਦਵਾਰੀ ਦੀ, ਤਾਂ ਇੰਨੇ ਘੰਟਿਆਂ ਦੇ ਅੰਦਰ ਅੰਦਰ ਇਹ ਸਾਰੇ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਦੇਣੀ ਪਵੇਗੀ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਬਲਿਕ ਨੋਟਿਸ ਦੇਣਾ ਪਵੇਗਾ ਕਿ ਭਾਈ ਮੇਰੇ ਤੇ ਇੰਨੇ ਕੇਸ ਚੱਲਦੇ ਆ, ਪਰ ਉਹਨੂੰ ਆਪਾਂ ਐਡ ਹੀ ਕਰਨੇ ਆ ਮੀਡੀਆ ਦੇ, ਜੇ ਆਪਾਂ ਲਈਏ ਤਾਂ ਕਾਰੋਬਾਰ ਦੇ ਲਿਹਾਜ਼ ਨਾਲ ਤਾਂ ਉਹ ਮੀਡੀਆ 'ਚ ਐਡ ਹੁੰਦੀ ਆ ਤਾਂ ਵੈਸੇ ਪਬਲਿਕ ਨੋਟਿਸ ਬਣ ਜਾਂਦਾ ਹੈ। ਤਾਂ ਖੈਰ ਹੁੰਦਾ ਕੀ ਆ ਕਿ ਗਾਹ ਜਾ ਕੇ ਤੁਹਾਨੂੰ ਪਤਾ ਹੀ ਆ, ਪੋਲੀਟੀਸ਼ੀਅਨ ਇੱਥੋਂ ਦੇ ਬੜੇ ਚਤੁਰ ਚਲਾਕ ਦਿਲਜਾਨੀ ਆ, ਉਹ ਕੀ ਕਰਦੇ ਆ, ਛੋਟਾ ਮੋਟਾ ਅਖਬਾਰ ਜੇ ਕੋਈ ਮੇਰੇ ਵਰਗਾ ਚਲਾਉਂਦਾ ਜਿਹਨੂੰ ਉਹਦਾ ਟੱਬਰ ਵੀ ਨਹੀਂ ਚੱਜ ਨਾਲ ਪੜ੍ਹਦਾ, ਉਹਦੇ ਵਿੱਚ ਉਹ ਖਬਰ ਲਵਾ ਦਿੰਦੇ, ਉਹ ਖਬਰ ਉੱਥੇ ਦੀ ਉੱਥੇ ਰਹਿ ਜਾਂਦੀ ਹੈ। ਕੋਈ ਚੈਨਲ ਵੀ ਇਸ ਤਰ੍ਹਾਂ ਦਾ ਹੀ ਲੱਭ ਲੈਂਦੇ ਆ ਜਿਹੜਾ ਬਸ ਚੈਨਲ ਹੈ ਜਿਹੜਾ ਉਹ ਸੈਟੇਲਾਈਟ ਤੇ ਭਾਵੇਂ ਲੈਂਦਾ ਹੋਵੇ, ਕੋਈ ਦਰਸ਼ਕ ਤੇ ਨਹੀਂ ਲੈਂਦਾ। ਇਹਦਾ ਮਤਲਬ ਕਿ ਦਗੜੂ ਕੁਛ ਵੀ ਚੱਲ ਜਾਂਦਾ ਆ। ਹੁਣ ਜਿਹੜੇ ਹੈਗੇ ਅਸ਼ਵਨੀ ਉਪਾਧਿਆਏ, ਵੈਸੇ ਇਹਨਾਂ ਤੇ ਵੀ ਮੁਕੱਦਮਾ ਹੋ ਗਿਆ ਸੀ ਪਿਛਲੇ ਦਿਨੀ, ਭਾਜਪਾ ਦੇ ਬੰਦੇ ਆ, ਇਹਨਾਂ ਨੇ ਦੁਬਾਰਾ ਪਹੁੰਚ ਕੀਤੀ ਹੈ ਸੁਪਰੀਮ ਕੋਰਟ ਦੇ ਪਾਸ ਕਿ ਦੇਖੋ ਇਸ ਤਰ੍ਹਾਂ ਕਰੋ ਕਿ ਜਿਹੜੇ ਵੀ ਦਲ ਜਾਂ ਪਾਰਟੀਆਂ ਕਹਿ ਲਓ ਕਿ ਜਿਹੜੇ ਵੀ ਦਲ, ਜਿਹੜੇ ਵੀ ਇਹ ਪਾਰਟੀਆਂ ਵਾਲੇ ਇਸ ਤਰ੍ਹਾਂ ਦਾ ਉਲੰਘਣ ਕਰਦੇ ਨੇ, ਮਤਲਬ ਕਿ ਜਿਨ੍ਹਾਂ ਦੇ ਆਪਣੇ ਬੰਦੇ ਦਾਗੀ ਹੈ ਤੇ ਉਹ ਤੈਅ ਸਮੇਂ ਤੇ ਨੋਟਸ ਵਗੈਰਾ ਨਹੀਂ ਕੱਢਦੇ ਪ੍ਰੋਪਰ ਵੇ ਨਾਲ, ਤਾਂ ਇਹਨਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ। ਮਤਲਬ ਕਿ ਚੋਣ ਕਮਿਸ਼ਨ ਸਿੱਧੇ ਤੌਰ ਤੇ ਪਾਰਟੀਆਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹਨੂੰ ਰੱਦ ਕਰਨ ਜਿਹਾ ਕਦਮ ਚੁੱਕੇਗੀ ਤਾਂ ਫਿਰ ਆਪੇ ਇਹਨਾਂ ਨੂੰ ਕੰਨ ਹੋ ਜਾਣਗੇ। ਸੋ ਇਸ ਕਰਕੇ ਸਹਿਮਤੀ ਪ੍ਰਗਟਾ ਦੇਣੀ ਸੁਪਰੀਮ ਕੋਰਟ ਵੱਲੋਂ ਇਹ ਕਾਫੀ ਵੱਡੀ ਖਬਰ ਆ, ਕਾਫੀ ਵੱਡੀ ਖਬਰ ਆ। ਤੇ ਹੁਣ ਇਹਦੇ ਤੇ ਸੁਣਵਾਈ ਹੋਏਗੀ, ਪੱਖ ਸਾਰੇ ਜਾਣੇ ਜਾਣਗੇ। ਵੈਸੇ ਤੁਹਾਨੂੰ ਪਤਾ ਹੀ ਹੈ, ਮੈਂ ਕਹਿੰਦਾ ਹੁੰਦਾ ਕਿ ਇੱਥੋਂ ਦਾ ਚੋਣ ਕਮਿਸ਼ਨ ਬੋੜਾ ਬਘਿਆੜ ਹੈ, ਔਰ ਇਹਦੀ ਮਿਸਾਲ ਵੀ ਅੱਜ ਮੈਂ ਤੁਹਾਨੂੰ ਦੇ ਦਿੰਦਾ ਇੱਕ, ਚਲੋ ਦੱਸ ਹੀ ਦਿੰਦਾ। ਖਬਰ ਇਹ ਹੈ ਕਿ ਅਮਿਤ ਸ਼ਾਹ 23 ਨੂੰ ਰੈਲੀ ਰੱਖ ਕੇ ਬੈਠ ਗਿਆ ਯੂਪੀ ਦੇ ਵਿੱਚ, 23 ਨੂੰ ਯੂਪੀ 'ਚ ਰੈਲੀ ਰੱਖ ਕੇ ਬੈਠ ਗਿਆ ਹੈ, ਜਦ ਕਿ 22 ਤੀਕ ਰੈਸਟ੍ਰਿਕਸ਼ਨਸ ਨੇ ਕੋਵਿਡ ਦੀਆਂ ਪਾਬੰਦੀਆਂ ਨੇ। ਇਹਦਾ ਮਤਲਬ ਹੈ ਕਿ ਤੈਅ ਹੈ ਕਿ 22 ਤੋਂ ਗਾ ਕੁਛ ਨਹੀਂ ਵਧੇਗਾ। ਤਾਂ ਖੇਲਾ ਫਿਰ ਉਹੀ ਹੋ ਗਿਆ ਨਾ, ਅਖਿਲੇਸ਼ ਦਾ ਰਸ਼ ਹੈ ਜਿਹੜਾ ਉਹ ਢਿੱਲਾ ਕਰਨਾ ਸੀਗਾ, ਜਿਹਦੀ ਆਪਾਂ ਉਧਰ ਗੱਲ ਕਰਦੇ ਸੀ। ਸੋ ਇਹ ਮੈਂ ਕਹਿੰਦਾ ਹੁੰਦਾ ਕਿ ਚੋਣ ਕਮਿਸ਼ਨ ਜਿਹੜਾ ਨਾ ਬੋੜਾ ਬਘਿਆੜ ਆ, ਡਰ ਬਹੁਤ ਆ ਪਰ ਦੰਦ ਹੈ ਨਹੀਂ ਉਹਦੇ ਖਾਣ ਵਾਸਤੇ, ਚੱਕ ਭਰਨ ਵਾਸਤੇ, ਚੱਕੀ ਭਰਨ ਵਾਸਤੇ ਦੰਦ ਨਹੀਂ ਹੈਗੇ, ਬੋੜਾ ਬਘਿਆੜ ਆ, ਕਿਉਂਕਿ ਆਪ ਇਹ ਕਾਨੂੰਨ ਬਣਾ ਨਹੀਂ ਸਕਦਾ ਔਰ ਨਾ ਹੀ ਕਿਸੇ ਤੇ ਕੋਈ ਵੱਡੀ ਕਾਰਵਾਈ ਕਰ ਸਕਦਾ ਹੈ। ਸੋ ਇਸ ਕਰਕੇ ਦੇਖਦੇ ਆ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਅੱਗੇ ਕੀ ਰੁਖ ਅਖਤਿਆਰ ਕਰਦੀ ਹੈ। ਜੀ ਜੀ, ਅਗਲੀ ਗੱਲ ਕਰੀਏ, ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਟਿਕਾਣਿਆਂ ਤੇ ਈਡੀ ਵੱਲੋਂ ਛਾਪੇਮਾਰੀ। ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣਾ ਜ਼ਿਆਦਾ ਮਹਿੰਗਾ ਤਾਂ ਨਾ ਪੈ ਜੂ? ਨਹੀਂ ਦੇਖੋ, ਇਹ ਤੇ ਹੁੰਦਾ ਹੀ ਆ, ਫਿਰ ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ, ਕਦੇ ਆਪ ਦੀਆਂ, ਕਦੇ ਗਾਹਕ ਦੀਆਂ, ਇਹ ਚੱਲਦਾ ਹੀ ਆ, ਇਹ ਤੇ ਕੰਮ ਚੱਲਦਾ ਹੀ ਆ। ਦੇਖੋ ਇਹ ਹੋ ਕੇ ਵੀ ਰਹਿਣਾ ਸੀਗਾ ਕਿਉਂਕਿ ਇਹਨਾਂ ਕੋਲ ਸੇਕਤਾ ਲੱਗਣਾ ਸੀਗਾ। ਮੈਂ ਇੱਕ ਪ੍ਰੋਗਰਾਮ 'ਚ ਉਦੋਂ ਹੀ ਕਿਹਾ ਸੀਗਾ ਕਿ ਚੰਨੀ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਵੇਗਾ। ਕਦੋਂ?
ਤੇ ਕਿਸ ਰੂਪ ਚ ਭੁਗਤਣਾ ਪਵੇਗਾ, ਇਹ ਸਮਾਂ ਤੇ ਜਾਂ ਮੋਦੀ ਤੈਅ ਕਰੇਗਾ। ਹੂੰ ਇਹ ਹੋਏਗਾ ਜ਼ਰੂਰ। ਤਾਂ ਬਹਰਹਾਲ ਵੱਡੀ ਰੇਡ ਹੋਈ ਹੈ ਜੀ। ਜਦੋਂ ਆਪਾਂ ਜਾਂਦੇ ਆ ਨਾ ਇਧਰੋਂ 에ਅਰਪੋਰਟ ਰੋਡ ਤੇ ਅੱਗੇ ਗੁਰਦੁਆਰਾ ਸਾਹਿਬ ਆਉਂਦਾ, ਬਹੁਤ ਵੱਡਾ ਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਹੈ, ਸੁਹਾਣਾ ਸਾਹਿਬ ਦਾ ਜਿਹੜਾ ਗੁਰਦੁਆਰਾ, ਜੀ ਤੇ ਉਹਦੇ ਨਾਲ ਇੱਕ ਬਹੁਤ ਵੱਡੀ ਬਿਲਡਿੰਗ ਆ। ਉੱਥੇ ਕੋਈ ਇਹਨਾਂ ਦੇ ਮਤਲਬ ਕਿ ਰਿਸ਼ਤੇਦਾਰ ਰਹਿੰਦੇ ਸਨ, ਰਿਲੇਟਿਵ। ਉੱਥੇ ਰੇਡ ਹੋਈ ਆ। ਰੇਡ ਕਰਕੇ ਬੜੀ ਤਕੜੀ ਰੇਡ ਹੋਈ, ਧਾਕੜ ਰੇਡ ਜਿਹਨੂੰ ਆਪਾਂ ਆਖੀਏ। ਸ਼ਾਮ ਤੱਕ ਚੱਲਦੀ ਰਹੀ ਆ ਤੇ ਖਬਰ ਇਹ ਆਈ ਆ ਕਿ ਕਰੋੜਾਂ ਰੁਪਈਆ ਉਸ ਫਲੈਟ ਦੇ ਵਿੱਚੋਂ ਬਰਾਮਦ ਹੋਇਆ ਜਿੱਥੇ ਰੇਡ ਹੋਈ ਸੀ। ਕਰੋੜਾਂ ਰੁਪਈਆ, ਕਰੋੜਾਂ। ਤੇ ਜਨਾਬ ਚੰਨੀ ਜੀ ਹੋਰੀ ਕਹਿੰਦੇ ਕਿਆ ਗੱਲ ਕਰਦੇ ਆ, ਉਹ ਤਾਂ 4 ਸਾਲ ਪੁਰਾਣਾ ਮਾਮਲਾ ਸੀ, ਇਹ ਜਿਹੜੇ ਬੰਗਾਲ ਚ ਕਰਦੇ ਸੀ, ਉਹਨੇ ਕਰੋੜਾਂ ਰੁਪਈਆ ਫਲੈਟ ਚੋਣਾ, ਇਹ ਕੋਈ ਸਧਾਰਨ ਗੱਲ ਨਹੀਂ ਹੈ। ਚੋਰ ਜ਼ਾਬਤਾ ਲੱਗੇ ਹੋਣ ਤੋਂ ਬਾਅਦ ਸਾਡਾ ਅਸੀਂ 10,000 ਰੁਪਏ ਤੋਂ ਵੱਧ ਢੇਰੀ ਕਰਾਂਗੇ ਤਾਂ ਉਹ ਵੀ ਪੁੱਛ ਲੈਣਗੇ ਚੋਰ ਜ਼ਾਬਤੇ। ਸਾਨੂੰ ਕੋਈ 50,000 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਹੋਈ ਤਾਂ ਸ਼ੱਕੀ ਸੂਚੀ ਚ ਪਾ ਕੇ ਬੈਂਕ ਤੁਰੰਤ ਇਹਨਾਂ ਦੇ ਜਿਹੜੇ ਅਬਜ਼ਰਵਰ ਨੇ ਉਹਨਾਂ ਨੂੰ ਸੂਚਨਾ ਦੇਵੇਗਾ। ਕਿਆ ਗੱਲ ਕਰਦੇ ਯਾਰ, ਕਰੋੜਾਂ ਰੁਪਈਆ ਤੁਸੀਂ ਰੱਖੀ ਬੈਠੇ ਹੋ, ਕਹਿ ਰਹੇ ਹੋ ਠੀਕ ਹੈ, ਸੱਚ ਝੂਠ ਉੱਥੇ ਚਲੋ ਬਾਅਦ ਦੀਆਂ ਗੱਲਾਂ ਨੇ। ਕਰੋੜਾਂ ਰੁਪਈਆ ਤੁਸੀਂ ਕਿਸ ਵਾਚ ਚ ਰੱਖਿਆ ਹੋਵੇ, ਕੀ ਗੱਲ ਆ? ਉੱਥੇ ਤੁਸੀਂ ਗੋਲ ਗੱਪਿਆਂ ਦੀਆਂ ਰੇਹੜੀਆਂ ਲਾਉਂਦੇ ਹੋ ਕਿ ਇੱਥੋਂ ਆਮਦਨ ਇਕੱਠੀ ਹੁੰਦੀ ਹੁੰਦੀ ਕਰੋੜਾਂ ਰੁਪਈਆ। ਹੋਮਲੈਂਡ ਐਸਾ ਜਿੱਥੇ ਮੇਰੇ ਖਿਆਲ ਨਾਲ ਫਲੈਟ ਮਿਨੀਮਮ 2 ਕਰੋੜ ਦਾ ਹੋਏਗਾ, 2 ਕਰੋੜ ਦਾ। ਮੈਂ ਉਸ ਏਰੀਏ ਚ ਰਿਹਾ, ਸਾਰਿਆਂ ਨੇ ਕਹਿੰਦਾ ਕਿ ਮੈਂ ਕਹਾਂ ਦੱਸ ਰਿਹਾ। ਖੈਰ ਚਲੋ ਇਹ ਗੱਲਾਂ ਤਾਂ ਹੁਣ ਨਿਕਲ ਗਿਆ। ਮੇਰਾ ਪੂਰਾ ਇਹ ਤਾਂ ਹੈ ਨਹੀਂ ਕਿ ਉਹ ਦੁੱਧ ਦੇ ਟੋਟੇ ਨੇ, ਇਧਰੋਂ ਦੁੱਧ ਦੇ ਟੋਟੇ ਆ ਸਾਰੇ ਪਾਸੇ, ਆਪਾਂ ਕਿਸੇ ਦੀ ਸਹੁੰ ਨਹੀਂ ਦੇ ਸਕਦੇ। ਪਰ ਕਰੋੜਾਂ ਰੁਪਈਏ ਨਿਕਲਣੇ, ਇਹ ਤੇ ਕਿਤੇ ਨਾ ਕਿਤੇ ਖਤਰੇ ਦਾ ਕੁੱਗੂ ਆ। ਗੱਲ ਇਹ ਨਿਕਲ ਰਹੀ ਹੈ, ਦੇਖੋ ਈਡੀ ਬਾਰੇ ਤੁਹਾਨੂੰ ਪਤਾ ਹੀ ਹੈ, ਜਿਹੜੀਆਂ ਤਾਂ ਸੈਂਟਰਲ ਏਜੰਸੀਆਂ ਰੇਡ ਕਰਦੀਆਂ ਉਹ ਬਹੁਤੇ ਪੱਤੇ ਨਹੀਂ ਖੋਲਦੀਆਂ ਹੁੰਦੀਆਂ। ਤਾਂ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿੰਨਾ ਵੀ ਹੁਣ ਤੱਕ ਦਾ ਤੱਥ ਸਾਰਿਆ ਉਹ ਇਹ ਆ ਕਿ ਇੱਕ ਬੰਦਾ ਹਿਰਾਸਤ ਚ ਉਹਨਾਂ ਨੇ ਲੈ ਲਿਆ, ਮਾਰੂ ਪਤਾ ਜੋ ਵੀ ਮਿਲਿਆ ਸਾਰਾ ਸੀਲ ਕਰ ਲਿਆ ਗਿਆ। ਹੋ ਸਕਦਾ ਕੱਲ ਤੱਕ ਰੇਡ ਹੋਵੇ, ਇਹ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਛਾਪੇਮਾਰੀ 8-10 ਹੋਰ ਥਾਵਾਂ ਤੇ ਹੋਈ ਆ। ਮੈਨੂੰ ਇੱਕ ਮੇਰੇ ਮਿੱਤਰ ਨੇ ਕਿਸੇ ਏਰੀਏ ਚੋਂ ਹੁਣੇ ਥੋੜੀ ਦੇਰ ਪਹਿਲਾਂ ਦੱਸਿਆ ਸੀਗਾ, ਕਹਿੰਦਾ ਕਿ ਇੱਕ ਐਮਐਲਏ ਦਾ ਰਿਸ਼ਤੇਦਾਰ ਵੀ ਫਸਿਆ ਇਹਨਾਂ ਦਾ ਹੀ ਐਮਐਲਏ, ਉਹਦੇ ਵੀ ਰੇਡ ਹੋਈ ਆ। ਕਿਉਂਕਿ ਸਾਰਾ ਤਾਲਾ ਬਾਣਾ ਜਿਹੜਾ ਉਹ ਸ਼ਹਿਰ ਮਾਫੀਆ ਨਾਲ ਜੁੜਿਆ ਹੋਇਆ। ਤੇ ਇਸ ਕਰਕੇ ਮੈਨੂੰ ਜੋ ਲੱਗਦਾ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲੋਈ ਲੈਂਦੇ ਨੇ, ਚੰਨੀ ਜੀ ਚਿੱਟੀ ਲੋਈ ਲੈਂਦੇ ਨੇ, ਲੱਗਦਾ ਕਿ ਛਿੱਟੇ ਪਾਉਣਗੇ, ਜਦੋਂ ਛਿੱਟੇ ਪਾਉਣਗੇ ਆਉਣ ਵਾਲੇ ਦਿਨਾਂ ਚ। ਕਿਉਂਕਿ ਇੱਕ ਤਰ੍ਹਾਂ ਨਾਲ ਤੁਸੀਂ ਦੇਖੋ ਨਾ ਕਿ ਇਹ ਸਾਫ਼ ਹੀ ਹੈ ਕਿ ਚੰਨੀ ਦਾ ਫੇਸ ਹੈ, ਕਾਂਗਰਸ ਚੰਨੀ ਜੀ ਦਾ ਫੇਸ ਲੈ ਕੇ ਚੱਲ ਰਹੀ ਹੈ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕਤ ਪਰੇਸ਼ਾਨੀ ਵੱਧ ਸਕਦੀ ਹੈ ਕਿਉਂਕਿ ਈਡੀ ਤੇ ਜਾਂ ਸੈਂਟਰਲ ਏਜੰਸੀਆਂ ਤੇ ਮਾਡਲ ਕੋਡ ਆਫ ਕੰਡਕਟ ਵੀ ਤੇ ਲਾਗੂ ਨਹੀਂ ਨਾ ਹੁੰਦਾ। ਠੀਕ ਹੈ ਜੀ। ਸੋ ਉਹਨਾਂ ਦੇ ਹੱਥ ਖੁੱਲੇ ਆ, ਬਾਕੀਆਂ ਦੇ ਵੱਜੇ ਆ, ਸੋ ਮੌਕਾ ਉਹਨਾਂ ਦੇ ਕੋਲ ਇਦਾਂ ਦਾ ਰਹਿਣਾ ਹੀ ਆ। ਫਿਰ ਰੁਲਦੂ ਸਿੰਘ ਮਾਨਸਾ ਨੇ ਲਾ ਲਿਆ ਜੀ ਬੈਕ ਗੇਅਰ, ਚੋਣ ਲੜਨ ਤੋਂ ਇਨਕਾਰ, ਲੱਗਦਾ ਗਰਾਊਂਡ ਰਿਪੋਰਟ ਪਤਾ ਲੱਗ ਗਈ। ਮੇਰੀ ਆਵਾਜ਼ ਸਹੀ ਆਉਂਦੀ ਹੈ? ਬੜਾ ਜਿਹਾ ਦੱਸਿਆ ਜੀ ਮੈਨੂੰ, ਕਿਤੇ ਇਹ ਤਾਂ ਨਹੀਂ ਇਦਾਂ ਕਰਦੇ ਆ ਮਿੰਟੂ ਜੀ, ਮੈਂ ਤੁਹਾਨੂੰ ਕੱਟ ਕੇ ਦੁਬਾਰਾ ਜਿਹੜਾ ਜੀ ਕਾਲ ਕਰਦੇ ਆ, ਥੋੜੀ ਆਵਾਜ਼ ਦੀ ਦਿੱਕਤ ਆ ਰਹੀ ਹੈ ਜੀ, ਕੱਟ ਕੇ ਡਿਸਟਰਬ ਨਾ ਜੀ। ਸਰੋਤੇ ਇਦਾਂ ਜੁੜੇ ਰਹੋ ਜੀ।
ਜਿਹੜੇ ਆ ਉਹ ਆਪਣਾ ਹਿਰਦਾ ਪਰਿਵਰਤਿਤ ਕਰ ਗਏ ਆ। ਉਹਨਾਂ ਦੇ ਹਿਰਦੇ 'ਚ ਕੀ ਬਦਲਾਅ ਆ, ਸਮਝ ਤੋਂ ਪਰੇ ਦੀ ਗੱਲ ਆ। ਕਿਉਂਕਿ 2-3 ਦਿਨ ਤੇ ਉਹ ਬਾਬੇ ਨੇ ਬੜਾ ਖੁੰਡਾ ਖੜਕਾਇਆ। ਇਹ ਸਿੱਧੂ ਮੂਸੇਵਾਲਾ 2 ਗਾਣੇ ਗਾ ਕੇ ਸਮਝਦਾ ਕੀ ਹੈ, ਸਮਝਦਾ ਕੀ ਹੈ। ਮੈਂ ਸੰਘਰਸ਼ ਕਰਦਾ ਰਿਹਾ 40 ਸਾਲ, ਮਤਲਬ ਕਿ ਪੂਰਾ ਬਾਬਾ ਜਿਵੇਂ ਬੋਲਦਾ ਧੜੱਲੇ ਨਾਲ। ਵੈਸੇ ਦੇਖੋ, ਧੜੱਲੇਦਾਰੀ ਇਕੱਲੀ ਨਹੀਂ ਚੱਲਦੀ ਰਾਜਨੀਤੀ 'ਚ, ਔਰ ਸਦਨ ਦੇ ਵਿੱਚ ਸਭ ਕੁਛ ਨਹੀਂ ਚੱਲਦਾ, ਖੁੰਡਾ ਹੀ ਨਹੀਂ ਚੱਲਦਾ ਇਕੱਲਾ। ਸੋ ਗੱਲ ਇਹ ਆ ਕਿ ਉਧਰ ਖੁੰਡਾ ਸੀ ਤੇ ਉਧਰ ਤੁਹਾਨੂੰ ਪਤਾ ਸਿੱਧੂਆਂ ਦਾ ਮੁੰਡਾ ਸੀ। ਤੇ ਵੈਸੇ ਹੈ ਦੋਨੇ ਇਹ ਵੀ ਸਿੱਧੂ, ਇੱਥੇ ਵੀ ਸਿੱਧੂ ਹੀ ਸੀ। ਜਿਹੜੇ ਰਣਜੋਤ ਸਿੰਘ ਨੇ ਉਹ ਵੀ ਸਿੱਧੂ ਹੈ, ਜਿੰਨਾ ਕੁ ਮੈਨੂੰ ਪਤਾ ਹੈ। ਮਤਲਬ ਕਿ ਇੱਥੇ ਵੀ ਸਿੱਧੂ ਵਰਸੇ ਸਿੱਧੂ ਹੋ ਚੱਲਿਆ ਸੀਗਾ, ਪਰ ਅਚਾਨਕ ਪਤਾ ਨਹੀਂ ਕੀ ਚੱਕਰ ਚੱਲਿਆ, ਕੋਈ ਸਮਝ ਨਹੀਂ ਆ ਰਹੀ। ਮੈਂ ਤੇ ਫੋਨ ਕੀਤਾ ਸੀ ਅੱਜ ਮਾਨਸੇ ਏਰੀਏ 'ਚ, ਜਿਹੜਾ ਕੋਈ ਮੇਰਾ ਮਿੱਤਰ ਸੀਗਾ ਜਾਣਕਾਰ, ਪੁੱਛਿਆ, ਮੈਂ ਕਿਹਾ ਕੀ ਭਾਣਾ ਵਰਤਿਆ? ਕਹਿੰਦੇ ਜੀ ਸਾਨੂੰ ਤੇ ਪਤਾ ਨਹੀਂ ਲੱਗਿਆ ਕੁਛ। ਵੈਸੇ ਜੇ ਤੁਸੀਂ ਮਾਨਸਾ ਦੀ ਗਰਾਊਂਡ ਰਿਪੋਰਟ ਵੇਖੋਗੇ ਤਾਂ ਮੈਨੂੰ ਲੱਗਦਾ ਕਿ ਰਣਜੀਤ ਸਿੰਘ ਮਾਨਸਾ ਦੀ ਉੱਥੇ ਸਥਿਤੀ ਕਮਜ਼ੋਰ ਹੀ ਰਹਿਣੀ ਸੀ। ਇਹਨਾਂ ਦਾ ਤਾਂ ਸਰਦੂਲਗੜ੍ਹ ਵਾਲਾ ਜਿਹੜਾ ਕੈਂਡੀਡੇਟ ਸੀਗਾ ਉਹ ਵੀ ਪਿਛਾੜੀ ਹੋ ਗਿਆ, ਉਹ ਵੀ ਖਿਸਕ ਗਿਆ। ਜਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜੇ ਕੈਂਡੀਡੇਟ ਦਿੱਤੇ ਜਾ ਰਹੇ ਆ ਉਹਨਾਂ ਨੂੰ ਲੋਕ ਸੋਸ਼ਲ ਮੀਡੀਆ ਤੇ ਲੱਭ ਰਹੇ ਆ ਕਿ ਦੱਸਿਓ ਕਿ ਭਲਾ ਕਿਹੜੇ ਪਿੰਡ ਦਾ ਆ ਆਪਣੇ ਏਰੀਏ 'ਚ। ਤਾਂ ਇਹੋ ਜਿਹੀ ਸੂਰਤ ਹਾਲ ਹੈ ਜੋ ਕਿਸਾਨ ਜਥੇਬੰਦੀਆਂ ਪੋਲਿਟਿਕਸ ਦੇ ਵਿੱਚ ਆਪਣਾ ਭਵਿੱਖ ਅਜਮਾਉਣ ਜਾ ਰਹੀਆਂ ਜਾਂ ਬਣਾਉਣ ਜਾ ਰਹੀਆਂ। ਤਾਂ ਦੇਖੋ, ਚਲੋ ਆਪਦਾ ਡੈਮੋਕ੍ਰੈਟਿਕ ਹੱਕ ਹੈ। ਜਿੱਥੋਂ ਤੱਕ ਸਵਾਲ ਹੈ ਨਾ ਗਰਾਊਂਡ ਰਿਪੋਰਟ ਦਾ, ਮੇਰਾ ਮੰਨਣਾ ਇਹ ਆ ਕਿ ਮਾਨਸਾ ਦੇ ਵਿੱਚ ਜਿੰਨੀ ਕੁ ਜਾਣਕਾਰੀ ਹੈ ਮੈਨੂੰ, ਮਾਨਸਾ ਦੇ ਵਿੱਚ ਮੈਨੂੰ ਇਉਂ ਲੱਗਦਾ ਕਿ ਇਹ ਸਿੱਧੂ ਜਿਹੜੇ ਪਿੱਛੇ ਹਟੇ ਆ ਤੇ ਹਟੇ ਆ, ਜਿਹੜਾ ਦੂਸਰਾ ਸਿੱਧੂ, ਹਾਲੇ ਤੇ ਜੱਟ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ, ਜਿਹੜਾ ਦੂਸਰਾ ਸਿੱਧੂ ਆ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਉਹ ਵੀ ਇੰਨਾ ਮਜ਼ਬੂਤ ਨਹੀਂ ਕਿ ਆਪਾਂ ਉਹਨੂੰ ਕਹਿ ਦਈਏ ਕਿ ਹਾਂ ਬਈ ਉਹ ਟਿਕਟ ਉੱਥੋਂ ਕੱਢ ਜਾਏਗਾ, ਸੀਟ ਉੱਥੋਂ ਕੱਢ ਜਾਏਗਾ। ਹਾਲ ਦੀ ਘੜੀ ਉਹਦਾ ਗੱਡਾ ਵੀ ਫਸਿਆ ਪਿਆ। ਤੋ ਦੇਖਦੇ ਆ, ਅੱਗੇ ਕਾਫੀ ਦਿਨ ਪਏ ਆ, ਸਾਰਾ ਕੁਝ ਮੇਰੇ ਤੋਂ ਹੋਣੇ ਸੁਣ ਲੋਗੇ ਤੇ ਫਿਰ ਇਲੈਕਸ਼ਨ ਤੱਕ ਬੋਰ ਹੋ ਜਾਓਗੇ, ਥੋੜਾ ਰੱਖ ਲਓ। ਮੈਂ ਤੁਹਾਨੂੰ ਇੰਨੀ ਗੱਲ ਜ਼ਰੂਰ ਦੱਸ ਦਿੰਦਾ ਵਾਂ ਕਿ ਸਿੱਧੂ ਮੂਸੇਵਾਲਾ ਵੀ ਇਸ ਪੋਜੀਸ਼ਨ 'ਚ ਨਹੀਂ ਜਿੱਥੇ ਆਪਾਂ ਨੂੰ ਮੰਨਦੀ ਹੈ। ਔਰ ਕਮਾਲ ਦੀ ਗੱਲ ਹੈ ਕਿ ਨਾਜ਼ਰ ਸਿੰਘ ਮਾਨਸ਼ਈਆ ਜੋ ਕਰ ਗਿਆ ਸੋ ਕਰ ਗਿਆ, ਬਾਵਜੂਦ ਇਸ ਦੇ ਆਮ ਆਦਮੀ ਪਾਰਟੀ ਤੁਹਾਨੂੰ ਉੱਥੇ ਹਾਲੇ ਵੀ ਫਾਈਟ 'ਚ ਨਜ਼ਰ ਆਈ। ਜੀ ਜੀ, ਇਹ ਬੜੀ ਕਮਾਲ ਦੀ ਜਿਹੜੀ ਗੱਲ ਆ। ਨਹੀਂ ਤਾਂ ਬਿਲਕੁਲ ਇਹ ਤਾਂ ਗੱਲ ਵੈਸੇ ਹੈ ਮਿੰਟੂ ਜੀ ਵੀ ਸੋਸ਼ਲ ਮੀਡੀਆ ਦੇ ਉੱਤੇ ਦੌਰ ਹੋਰ ਹੁੰਦਾ ਆ, ਅਸਲ 'ਚ ਜਿਹੜਾ ਉਹ ਹੋਰ ਹੁੰਦਾ ਆ। ਬੰਦਾ ਜਿੰਨੇ ਮਰਜ਼ੀ ਗਾਣੇ ਵੀ ਕੱਢੇ, ਜਿੰਨੇ ਮਰਜ਼ੀ ਖੂੰਡੇ ਵੀ ਵਾਵੇ, ਗੱਲ ਅਖੀਰ 'ਚ ਗੱਲ ਵੱਖਰੀ ਬਣਦੀ ਆ। ਸਾਬਕਾ ਫੌਜ ਮੁਖੀ ਜਨਰਲ ਜੇ ਸਿੰਘ ਭਾਜਪਾ 'ਚ ਸ਼ਾਮਲ, ਇਹ ਫੌਜੀ ਬਚਣਾ ਨਹੀਂ ਕੋਈ ਮੈਨੂੰ ਲੱਗਦਾ। ਮੈਂ ਤੇ ਅੱਗੇ ਕਿਹਾ, ਮੈਂ ਆਖਿਆ ਬਜਟ ਆਇਆ, ਵੈਸੇ ਮਜ਼ਾਕ ਕਰਦਾ ਸਾਂ, ਕੋਈ ਸੀਰੀਅਸ ਨਾ ਲੈ ਜਾਵੇ। ਮੈਂ ਕਿਹਾ ਬਜਟ ਆਇਆ, ਭਾਜਪਾ ਵਾਲਿਆਂ ਨੇ ਜਦੋਂ ਹਿਸਾਬ ਕੀਤਾ ਹੋਊਗਾ ਕਿ ਇਸ ਸਾਲ 'ਚ ਕਿੰਨੇ ਆਪਾਂ ਲਿਆਂਦੇ ਆ ਉਧਰ ਛੋੜ ਕੇ ਪਾਰਟੀਆਂ 'ਚੋਂ, ਤੇ ਉਹ ਜਦੋਂ ਬਜਟ ਦੇ ਵਿੱਚ ਲੇਖਾ ਜੋਖਾ ਹੋਊਗਾ ਤੇ ਸਭ ਤੋਂ ਸਸਤਾ ਸਿਆਸੀ ਮਾਲ ਉਹਨਾਂ ਨੂੰ ਪੰਜਾਬ ਦਾ ਹੀ ਲੱਗਣਾ, ਕਿਉਂਕਿ ਬਹੁਤੇ ਤੇ ਕੇਂਦਰ ਕੀ ਸੁਰੱਖਿਆ ਛਤਰੀ ਲੈਣੇ ਹੀ ਚਲੇ ਗਏ, ਉਹਦੇ 'ਚ ਖੁਸ਼ ਹੋ ਜਾਂਦੇ ਕਿ 4 ਸਾਨੂੰ ਗਨਮੈਨ ਮਿਲ ਜਾਣਗੇ। ਖੈਰ, ਜਨਰਲ ਸਾਹਿਬ ਦਾ ਤਾਂ ਬਹੁਤ ਵੱਡਾ ਰੁਤਬਾ ਹੈ, ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਪਰਸਨਲੀ, ਕਿਉਂਕਿ ਇਹ ਪਹਿਲੇ ਸਿੱਖ ਸਨ ਜਿਹੜੇ ਇਸ ਪੋਸਟ ਤੱਕ ਪਹੁੰਚੇ, ਸਹੁਦੇ ਤੱਕ ਪਹੁੰਚੇ। ਪਰ ਚਲੋ ਉਹਨਾਂ ਦਾ ਮੁਰਾਤਬਾ, ਉਹਨਾਂ ਦਾ ਅਹੁਦਾ, ਉਹਨਾਂ ਦੀ ਸਰਵਿਸ, ਉਹਨਾਂ ਦਾ ਕੈਰੀਅਰ ਉਹ ਆਪਣੀ ਥਾਂ ਤੇ। ਬਟ ਜਦੋਂ ਇਹ ਰਾਜਨੀਤੀ 'ਚ ਆਏ ਸਨ, ਮੇਰੀ ਉਸ ਦਿਨ ਵੀ ਰਾਏ ਸੀ ਕਿ ਇਹਨਾਂ ਨੂੰ ਇਹ ਰਸਤਾ ਨਹੀਂ ਇਖਤਿਆਰ ਕਰਨਾ ਚਾਹੀਦਾ। ਅਕਾਲੀ ਦਲ ਚਾਹੇ ਇਲੈਕਸ਼ਨ ਹਾਰੇ, ਅਮਰਿੰਦਰ ਸਿੰਘ ਦੇ ਉਲਟ ਫੇਰ ਅਕਾਲੀ ਦਲ ਸੰਯੁਕਤ 'ਚ ਚਲੇ ਗਏ ਸਨ ਮੇਰੇ ਖਿਆਲ ਦੇ ਨਾਲ। ਉਸ ਤੋਂ ਬਾਅਦ ਪਤਾ ਨਹੀਂ ਕਦੋਂ ਉਧਰੋਂ ਨਿਕਲੇ, ਹੁਣ ਇੱਧਰ ਵੜ ਗਏ। ਤਾਂ ਮੈਂ ਇਸ ਚੀਜ਼ ਦੇ ਨਾਲ ਮਾਫ ਕਰਨਾ ਸਹਿਮਤ ਨਹੀਂ ਆ ਕਿ ਇਹਨਾਂ ਵਰਗੀ ਹਸਤੀ, ਉਹਨੂੰ ਕੋਈ ਲੋੜ ਨਹੀਂ ਇਲੈਕਸ਼ਨ ਲੜਨ ਦੀ, ਜੇ ਉਹਨੇ ਸੋਸ਼ਲ ਵਰਕ ਕਰਨਾ ਜਿੱਥੇ ਮਰਜ਼ੀ ਕਰੇ। ਪਰ ਕਿਉਂਕਿ ਡੈਮੋਕ੍ਰੈਟਿਕ ਦੇਸ਼ ਦੇ ਵਿੱਚ ਹਰੇਕ ਬੰਦੇ ਦਾ ਅਧਿਕਾਰ ਆ, ਸੋ ਜਨਰਲ ਜੇ ਸਿੰਘ ਜੀ ਜਿਹੜੇ ਆ ਉਹ ਜੁਆਇਨ ਕਰ ਗਏ ਆ ਭਾਜਪਾ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਵੱਡੀ ਖਬਰ ਆ। ਇੱਕ ਵੱਡੀ ਖਬਰ ਹੋ ਰਿਹਾ ਮੇਰੇ ਕੋਲ, ਹੁਣ ਪਤਾ ਨਹੀਂ ਉਹ ਕੀ ਬਣੇਗਾ ਉਹਦਾ। ਸੁਣਿਆ ਤੇ ਇਹ ਆ ਕਿ ਮਾਲਵੇ ਦਾ ਵੀ ਇੱਕ ਲੀਡਰ ਜਿਹੜਾ ਪਿਛਲੇ ਦਿਨ ਹੀ ਚਲ ਗਿਆ ਸੀਗਾ, ਉਹ ਵਾਪਸ ਕਾਂਗਰਸ 'ਚ ਆਉਣ ਨੂੰ ਫਿਰਦਾ ਭਾਜਪਾ 'ਚੋਂ। ਭਾਜਪਾ ਦੌਰੇ ਤੇ ਬਹੁਤ ਪਾ ਰਹੀ ਆ, ਪਰ ਕਿਤੇ ਨਾ ਕਿਤੇ ਕਹਿ ਲਓ ਕਿ ਜਿਹੜੇ ਜਾਂਦੇ ਆ ਉਹਨਾਂ ਦਾ ਵੀ ਦਿਲ ਖੜਦਾ ਨਹੀਂ ਹੈ, ਦਿਲ ਘਾਉ ਕਰਦਾ। ਦੇਖਦੇ ਆ ਕਿ ਉਹ ਬੰਦਾ ਵੀ ਵਾਪਸ ਆਉਂਦਾ ਕਿ ਜਾਂ ਸਿਰਫ ਉਹਦੇ ਬਾਰੇ ਵੀ ਅਫਵਾਹ ਫੈਲੀ ਹੈ, ਜਾਂ ਰੱਬਾ ਸਾਡੀ ਜਾਨ ਨਿਕਲ ਗਈ, ਜਾਂ ਫਿਰ ਅਫਵਾਹ ਹੋਵੇ। ਭਾਜਪਾ ਵਾਲੇ ਤੇ ਇਹੀ ਕਹਿਣਗੇ।
ਜੀ, ਜੀ। ਪੰਜਾਬ ਦੀ ਆਰਥਿਕ ਹਾਲਤ ਨੂੰ ਬੁਨਿਆਦੀ ਰਿਪੋਰਟ ਜਿਹੜੀ ਉਹ ਆਈ ਆ ਸਾਹਮਣੇ, ਕੀ ਦੱਸਦੀ ਆ ਜੀ? ਕੀ ਸਥਿਤੀ ਆ? ਹਾਂਜੀ, ਇਹ ਬਿਆਨ ਦੀ ਰਿਪੋਰਟ ਜਿਹੜੀ ਇਹ ਹੈਗੀ ਆਰਥਿਕ ਹਾਲਾਤ ਦੀ। ਵੈਸੇ ਆਰਥਿਕ ਹਾਲਾਤ ਤੇ ਗੱਲ ਨਹੀਂ ਕਰਦੇ ਆਪਾਂ, ਬਹੁਤ ਘੱਟ ਪੰਜਾਬੀ ਮੀਡੀਆ ਵੀ ਜਾਂ ਪੰਜਾਬੀ ਭੈਣ ਭਰਾ ਵੀ ਬਹੁਤ ਘੱਟ ਕਰਦੇ ਆ। ਰਾਜਨੀਤਿਕ ਤਾਂ ਫਿਰ ਘੱਟ ਕਰਨਗੇ ਜਦਕਿ ਇਹ ਬੁਨਿਆਦੀ ਚੀਜ਼ ਆ। ਜੇ ਆਪਾਂ ਦੇਖੀਏ ਤਾਂ ਇਹ ਬੁਨਿਆਦੀ ਚੀਜ਼ ਆ। ਅਸਲ ਦੇ ਵਿੱਚ ਕੀ ਆ ਕਿ ਜਿਹੜੀ ਆਰਬੀਆਈ ਦੀ ਰਿਪੋਰਟ ਆਈ ਆ, ਇਹਦੇ ਚ ਦੋ ਮਤਲਬ ਕਿ ਸਟੇਟਾਂ ਨੂੰ ਇੱਕ ਸੂਚੀ ਚ ਰੱਖਿਆ ਗਿਆ ਹੈ, ਆਪਾਂ ਨੂੰ ਔਰ ਯੂਪੀ ਨੂੰ, ਜਿਨ੍ਹਾਂ ਦੀ ਇਕਨੋਮੀ ਦੀ ਹਾਲਤ ਜਿਹੜੀ ਹੈ ਨਾ, ਉਹ ਕਹਿ ਲਓ ਕਿ ਬਹੁਤ ਘਟੀਆ ਪੱਧਰ ਦੀ ਹੈ। ਪਹਿਲੀ ਗੱਲ ਤੇ ਹੈ, ਅਸੀਂ ਹੁਣ ਯੂਪੀ ਦੇ ਨਾਲ ਆ, ਜਿਨ੍ਹਾਂ ਦੀ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਪਰ ਕੈਪੀਟਾ ਇਨਕਮ ਲਾਓਗੇ ਤਾਂ ਉਹ 41-42 ਹਜ਼ਾਰ ਸੀਗੀ, ਜੇ ਮੈਂ ਗਲਤ ਨਹੀਂ ਤਾਂ 2021 ਦੇ ਵਿੱਚ। ਸਾਡੀ ਪਰ ਕੈਪੀਟਾ ਇਨਕਮ ਜਿਹੜੀ ਹੈ ਉਹ 2021 ਦੇ ਵਿੱਚ 1,09,498 ਸੀ। ਪਰ ਕਿਉਂਕਿ ਅਸੀਂ ਗਰੋਇੰਗ ਰਿਜ਼ਲਟ ਨਹੀਂ ਦੇ ਰਹੇ ਇਸ ਮਾਮਲੇ 'ਚ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਿ ਜੋ ਇਹ ਰਿਪੋਰਟ ਆਈ, ਕਿਉਂਕਿ ਬਹੁਤ ਵੱਡੀ ਰਿਪੋਰਟ ਹੁੰਦੀ ਹੈ ਜਦੋਂ ਵੀ ਇਸ ਤਰ੍ਹਾਂ, ਤੁਹਾਨੂੰ ਪਤਾ ਫਾਈਨੈਂਸ ਨਾਲ ਜੁੜੀ, ਇਕਨੋਮੀ ਨਾਲ ਜੁੜੀ ਕੋਈ ਵੀ ਗੱਲਬਾਤ ਆਪਾਂ ਕਰਦੇ ਹਾਂ ਤਾਂ ਬਹੁਤ ਲੰਬੀ ਚੌੜੀ ਹੁੰਦੀ ਹੈ ਰੂਪਰੇਖਾ। ਪਰ ਮੈਂ ਸੰਖੇਪ ਦੇ ਵਿੱਚ ਮੁਖਤਸਰ ਤੁਹਾਨੂੰ ਦੱਸ ਦਿੰਦਾ ਕਿ ਜਿਵੇਂ ਇਹਦੇ ਵਿੱਚ ਇੱਕ ਤੱਥ ਹੈ ਕਿ 4 ਸਾਲਾਂ ਦੇ ਵਿੱਚ ਹਿਸਾਬ ਲਾ ਲਓ, 2016-17 ਚ ਸਾਡੀ ਪਰ ਕੈਪੀਟਾ ਇਨਕਮ 1,05,848 ਸੀ, ਜਿਹੜੀ ਹਿਸਾਬ ਲਾ ਲਓ ਕਿ 19-20 ਚ 1,19,162 ਹੋ ਜਾਂਦੀ ਹੈ। ਪਰ 20 ਚ ਕਿਉਂਕਿ ਕੋਵਿਡ ਆ ਗਿਆ, ਉਹ ਹੁਣ ਘਟ ਕੇ 1,09,488 ਹੋ ਜਾਂਦੀ ਹੈ। ਮਤਲਬ ਕਿ ਸਾਡੀ ਜਿਹੜੀ ਇਹ ਗਿਰਾਵਟ ਆ ਪਰ ਕੈਪੀਟਾ ਇਨਕਮ ਚ, ਜੇ ਭਾਰਤ ਦੀ ਓਵਰਆਲ ਤੁਸੀਂ ਦੇਖੋਗੇ ਉਹ ਜਿਹੜੀ ਡਿੱਗੀ ਹੈ ਤਾਂ ਉਹਦੇ ਮੁਕਾਬਲੇ 20-5-7 ਹਜ਼ਾਰ ਵਧੇਰੇ ਆ, ਮਤਲਬ ਕਿ ਕੌਮੀ ਨਾਲੋਂ ਵੀ ਵਧੇਰੇ। ਇਹ ਸਾਡੀ ਦੁਖਾਂਤਕ ਕਹਿ ਲੋ ਕਿ ਕਹਾਣੀ, ਔਰ ਸਭ ਤੋਂ ਵੱਡੀ ਦੁਖਾਂਤਕ ਕਹਾਣੀ ਪਤਾ ਕੀ ਰਹੀ ਕਿ ਲੰਘੇ 4 ਸਾਲਾਂ ਚ ਜਦੋਂ ਤੋਂ ਇਹ ਆਏ ਆ ਸੁਲੱਖਣ, ਅਮਰਿੰਦਰ ਸਿੰਘ ਐਂਡ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਵਾਲੇ, ਸੁਖਜਿੰਦਰ ਸਿੰਘ ਰੰਧਾਵਾ ਬੜਕਾਂ ਵਾਲੇ, ਪਤਾ ਨਹੀਂ ਰਾਣਾ ਗੁਰਜੀਤ ਸਿੰਘ ਰੜਕਾਂ ਵਾਲੇ, ਕਿਆ 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 ਫਲਾਂ ਫਲਾਂ ਫਲਾਂ। ਅੱਛਾ, ਇਹਨਾਂ 4 ਸਾਲਾਂ ਦੇ ਵਿੱਚ ਸਾਡੀ ਪਰ ਕੈਪੀਟਾ ਇਨਕਮ ਸਰ ਲੱਖਾਂ ਚ ਕਿ ਹਰੇਕ ਵਿਅਕਤੀ ਦੀ ਔਸਤ ਆਮਦਨੀ ਉਹ 4 ਸਾਲਾਂ ਚ 3640 ਰੁਪਏ ਵਧੀ ਹੈ ਮਹਿਜ਼। ਕਿੰਨੀ ਹੋ ਗਈ ਸਾਲ ਦੀ? 900 ਰੁਪਇਆ। ਔਰ ਇੱਕ ਮਿੱਤਰ ਨੇ ਇਸ ਅੰਕੜੇ ਨੂੰ ਅੱਗੇ ਤੋਰਦਿਆਂ ਮੈਨੂੰ ਦੱਸਿਆ ਸੀਗਾ, ਹਾਲਾਂਕਿ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ, ਪਰ ਉਹ ਬਹੁਤ ਪੜ੍ਹੇ ਲਿਖੇ ਨੇ, ਬਹੁਤ ਕਹਿ ਲਓ ਕਿ ਇਕਨੋਮੀ ਨੂੰ ਸਮਝਣ ਵਾਲੇ ਨੇ। ਤਾਂ ਉਹਨਾਂ ਕਿਹਾ ਕਿ ਜੇ ਇਸ 4 ਸਾਲ ਨੂੰ ਤੁਸੀਂ ਮਹਿੰਗਾਈ ਦੇ ਦਰ ਨਾਲ ਨਾਪੋਗੇ ਤਾਂ ਮਹਿੰਗਾਈ ਦੀ ਜੇ ਦੇਖੋਗੇ ਤਾਂ ਉਹ 30% ਦੀ ਤੁਹਾਨੂੰ ਇਜ਼ਾਫੇ ਵਾਲੀ ਗ੍ਰਾਫਿਕ ਮਿਲੇਗੀ ਉਸ ਮਾਮਲੇ 'ਚ। ਮਤਲਬ ਕਿ ਜਿਹੜੀ ਮਹਿੰਗਾਈ ਹੈ, ਇਨਫਲੇਸ਼ਨ ਜਿਹਨੂੰ ਆਪਾਂ ਕਹਿੰਦੇ ਆ, ਉਹ 30% ਬਣ ਜਾਂਦੀ ਹੈ ਓਵਰਆਲ। ਤਾਂ ਉਹਦੇ ਮੁਕਾਬਲੇ ਤੁਸੀਂ ਦੇਖੋ ਪੰਜਾਬੀ ਦੀ ਜਿਹੜੀ ਪਰ ਕੈਪੀਟਾ ਇਨਕਮ ਆ ਉਹ ਵੱਧ ਰਹੀ ਹੈ 3640। 3640 ਕਿਸੇ ਵੀ ਸੂਰਤ 'ਚ ਇਹਨੂੰ ਤੁਸੀਂ ਸਫੀਸ਼ੀਐਂਟ ਨਹੀਂ ਕਹਿ ਸਕਦੇ। ਇਹ ਬਹੁਤ ਵੱਡਾ ਇੱਕ ਸੋਚਣ ਵਾਲਾ ਵਿਸ਼ਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਹਰਿਆਣਾ ਦੇਖ ਲਓ, ਮੇਰੇ ਖਿਆਲ ਦੇ ਨਾਲ ਅੰਦਾਜ਼ੇ ਨਾਲ ਦੱਸ ਦੇਣਾ, ਤੁਸੀਂ ਗੂਗਲ ਕਰ ਲਿਓ, ਮੇਰੇ ਖਿਆਲ ਦੇ ਨਾਲ ਉਹਨਾਂ ਦੀ ਪਰ ਕੈਪੀਟਾ ਇਨਕਮ ਸਾਡੇ ਨਾਲੋਂ ਜ਼ਿਆਦਾ ਨਹੀਂ ਤੇ 70-80 ਹਜ਼ਾਰ ਵਧੇਰੇ ਹੋਏਗੀ, ਮੇਰਾ ਮੰਨਣਾ, ਅੰਦਾਜ਼ਾ ਹੈ ਮੇਰਾ, ਗੂਗਲ ਕਰ ਲੈਣਾ ਤੁਸੀਂ, ਹੁਣੇ ਹੀ ਪਤਾ ਲੱਗ ਜਾਏਗਾ ਤੁਹਾਨੂੰ। ਸੋ ਅਸੀਂ ਬਹੁਤ ਥੱਲੇ ਜਾ ਰਹੇ ਹਾਂ ਜੀ। ਇੱਕ ਤੇ ਪਾਣੀ ਵਾਲੇ ਮਾਮਲੇ 'ਚ ਪਾਣੀ ਵੀ ਸਾਡਾ ਥੱਲੇ ਜਾ ਰਿਹਾ ਔਰ ਸਾਡੀ ਇਕਨੋਮੀ ਵੀ ਥੱਲੇ ਜਾ ਰਹੀ ਹੈ। ਪਰ ਕੈਪੀਟਾ ਇਨਕਮ ਘਟੇਗੀ ਤਾਂ ਤੁਹਾਡੀ ਕੰਜ਼ੰਪਸ਼ਨ ਘਟੇਗੀ, ਤੁਹਾਡੀ ਕੰਜ਼ੰਪਸ਼ਨ ਘਟੇਗੀ ਤਾਂ ਇਹਦਾ ਮਤਲਬ ਕਿ ਤੁਹਾਡੀ ਖਰਚ ਸਮਰੱਥਾ ਘਟ ਗਈ ਤਾਂ ਮੈਨੂਫੈਕਚਰਿੰਗ ਕਿੱਥੋਂ ਆਏਗੀ, ਕਿਉਂਕਿ ਤੁਹਾਡੀ ਡਿਮਾਂਡ ਘਟੇਗੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਪ੍ਰਭਾਵ ਪਾਉਂਦੀਆਂ। ਤਾਂ ਜਦ ਮੈਨੂਫੈਕਚਰਿੰਗ ਨਹੀਂ ਹੈ, ਡਿਮਾਂਡ ਨਹੀਂ ਹੈ ਤਾਂ ਫਿਰ ਰੋਜ਼ਗਾਰ ਕਿੱਥੋਂ ਨਿਕਲੇਗਾ। ਸੋ ਇਹ ਕਹਾਣੀ ਹੈ। ਖੈਰ ਦੇਖੋ ਕੀ ਬਣਦਾ ਅੱਗੇ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਦੁਆ ਹੀ ਕਰ ਸਕਦੇ ਕਿ ਕੋਈ ਅੱਛੀ ਲੀਡਰਸ਼ਿਪ ਆਵੇ, ਇਹਨਾਂ ਬਿਮਾਰੀਆਂ ਦਾ, ਇਹਨਾਂ ਮਰਜ਼ਾਂ ਦਾ ਕੋਈ ਉਹ ਸਾਡਾ ਨਿਵਾਰਨ ਕਰੇ। ਜੀ, ਜੀ, ਬਿਲਕੁਲ ਮਿੰਟੂ ਜੀ। ਸੋ
ਉਮੀਦ ਹੀ ਕਰਦੇ ਆ। ਸੋ ਦੇਖੋ ਕਿਹੜੇ ਵੱਖ-ਵੱਖ ਪੰਜਾਬ ਮਾਡਲਾਂ ਦੇ ਵਿੱਚੋਂ ਕਿਹੜਾ ਮਾਡਲ ਕਿਹਦੀ ਵਾਰੀ ਆਉਂਦੀ ਹੈ ਤੇ ਕੀ ਜਿਹੜਾ ਉਹ ਪੰਜਾਬ ਦੇ ਲਈ ਉਹ ਐਕਚੁਅਲ 'ਚ ਕਰ ਸਕਦੇ ਆ। ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਆ ਜੀ ਫਿਰ ਕੱਲ ਨੂੰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।